ਜੈ ਮਸੀਹ ਦੀ ਪਿਆਰੇ ਦਰਸ਼ਕੋ, ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ। ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਪਰਮੇਸ਼ਰ ਦੇ ਦਾਸ ਡਾਕਟਰ ਡੇਵਿਡ ਜਰਮਾਇਆ ਦੇ ਨਾਲ ਬਾਈਬਲ ਦੇ ਪਾਲਣ ਪੋਸ਼ਣ ਦੇ ਉੱਤੇ ਲੜੀਵਾਰ ਅਧਿਐਨ ਨੂੰ ਕਰਦੇ ਆ ਰਹੇ ਹਾਂ। ਅੱਜ ਅਸੀਂ ਇਸ ਦੇ ਅਧੀਨ ਤੀਜੇ ਪ੍ਰੋਗਰਾਮ ਨੂੰ ਦੇਖਾਂਗੇ। ਸਾਡੇ ਪਹਿਲੇ ਪ੍ਰੋਗਰਾਮ ਦੇ ਵਿੱਚ ਅਸੀਂ ਸਿੱਖਿਆ ਕਿ ਮਾਤਾ ਪਿਤਾ ਬਣਨਾ ਇੱਕ ਸੁਭਾਗ ਦੀ ਗੱਲ ਹੈ, ਪਰ ਇਸ ਦੇ ਨਾਲ ਇਹ ਇੱਕ ਵੱਡੀ ਚੁਣੌਤੀ ਵੀ ਹੈ, ਕਿਉਂਕਿ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਸੌਖਾ ਕੰਮ ਨਹੀਂ ਹੈ। ਲੇਕਿਨ ਪਰਮੇਸ਼ਰ ਚਾਹੁੰਦਾ ਹੈ ਕਿ ਅਸੀਂ ਮਾਪੇ ਬਣ ਕੇ ਇਸ ਚੁਣੌਤੀ ਨੂੰ ਸਵੀਕਾਰ ਕਰੀਏ। ਇਸ ਦੇ ਵਿੱਚ ਪਰਮੇਸ਼ਰ ਸਾਨੂੰ ਬਰਕਤ ਦਿੰਦਾ ਹੈ। ਦੂਜੇ ਪ੍ਰੋਗਰਾਮ ਦੇ ਵਿੱਚ ਅਸੀਂ ਲੜੀ ਨੂੰ ਸ਼ੁਰੂ ਕਰਨ ਜਾ ਰਹੇ ਹਾਂ। ਇਸ ਲੜੀ ਦਾ ਨਾਮ ਹੈ ਮਾਂ-ਬਾਪ ਹੋਣ ਦਾ ਉਚੇਤਾ ਲਾਭ ਅਤੇ ਇੱਕ ਮਹਾਨ ਚੁਣੌਤੀ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਅਜਿਹੀ ਗੱਲਾਂ ਬਾਰੇ ਸਿੱਖਿਆ ਸੀ ਜਿਨ੍ਹਾਂ ਦੇ ਉੱਤੇ ਗੌਰ ਕਰਕੇ ਅਸੀਂ ਇਹ ਜਾਣ ਸਕਦੇ ਹਾਂ ਕਿ ਆਪਣੇ ਬੱਚਿਆਂ ਦੀ ਪਰਵਰਿਸ਼ ਕਰਦੇ ਹੋਏ ਅਸੀਂ ਕਿਹੜੀ ਦਿਸ਼ਾ ਦੇ ਵੱਲ ਵਧੀ ਜਾ ਰਹੇ ਹਾਂ। ਦੋਸਤੋ, ਅੱਜ ਆਪਣੇ ਇਸ ਤੀਜੇ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਇਹਨਾਂ ਗੱਲਾਂ ਨੂੰ ਹੀ ਸਿੱਖਣਾ ਜਾਰੀ ਰੱਖਾਂਗੇ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਜਿਨ੍ਹਾਂ ਗੱਲਾਂ ਦੇ ਉੱਤੇ ਗੌਰ ਕਰਾਂਗੇ ਉਹ ਇਸ ਪ੍ਰਕਾਰ ਹਨ। ਪਹਿਲੀ ਗੱਲ, ਕਠਿਨ ਸਮਿਆਂ ਦੇ ਵਿੱਚ ਪਿਆਰ ਕਰਨਾ। ਦੂਜੀ ਗੱਲ, ਕਦੇ-ਕਦੇ ਇਹ ਇੱਕ ਯੁੱਧ ਵੀ ਹੁੰਦਾ ਹੈ। ਤੀਜੀ ਗੱਲ, ਇਹ ਨੀਚਾ ਦੀ ਕੁੰਜੀ ਹੈ। ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਸਾਨੂੰ ਇੱਕ ਚੁਣੌਤੀ ਨੂੰ ਸਵੀਕਾਰ ਕਰਨ ਦੇ ਲਈ ਮੌਕਾ ਦਿੱਤਾ ਜਾਏਗਾ। ਉਹ ਚੁਣੌਤੀ ਹੈ ਆਪਣੇ ਬੱਚਿਆਂ ਦੀ ਪਰਮੇਸ਼ਵਰ ਦੀ ਮਰਜ਼ੀ ਦੇ ਮੁਤਾਬਿਕ ਦੇਖਭਾਲ ਕਰਨ ਦੀ, ਉਹਨਾਂ ਦਾ ਪਾਲਣ ਪੋਸ਼ਣ ਕਰਨ ਦੀ। ਦੋਸਤੋ, ਕੀ ਤੁਸੀਂ ਅੱਜ ਦੇ ਅਧਿਐਨ ਪ੍ਰੋਗਰਾਮ ਦੇ ਲਈ ਤਿਆਰ ਹੋ? ਤਾਂ ਫਿਰ ਆਓ ਚੱਲਦੇ ਹਾਂ ਪਰਮੇਸ਼ਰ ਦੇ ਦਾਸ ਡਾਕਟਰ ਡੇਵਿਡ ਜਰਮਾਇਆ ਦੇ ਨਾਲ ਅੱਜ ਦੇ ਅਧਿਐਨ ਦੇ ਵਿੱਚ। रहेगा नाम सदा तीकर मसीदा, रहेगा नाम सदा तीकर मसीदा, रहेगा जद तलक सूरज रहेगा, रहेगा जद तलक सूरज रहेगा। सब लोग पावण के उस तो बरकता सब लोग पावण, ते कौमा होस्तियां धन्यवाद गावण, ते कौमा होस्तियां धन्यवाद गावण। दादा पाक ना है शान वाला, खुदा दा पाक ना है शान वाला, सदा तीकर मुबारक हो रहेगा, सदा तीकर मुबारक हो रहेगा।
सिताइश बाप बेटे पाक रूह दी, सिताइश बाप बेटे पाक रूह दी। सदा तो है सदा ती कर रहेगी, सदा तो है सदा ती कर रहेगी। रहेगा नाम सदा ती कर मसीदा, रहेगा नाम सदा ती कर मसीदा। रहेगा जद तलक सूरज रहेगा, रहेगा जद तलक सूरज रहेगा। ਮੈਂ ਇੱਕ ਸੰਦੇਸ਼ ਇੱਕ ਸਮੇਂ ਤਿਆਰ ਕੀਤਾ ਸੀ ਜਿਸ ਦਾ ਨਾਂ ਸੀ ਘਰ ਦੇ ਸੁਧਾਰ ਲਈ ਕਰਜ਼ਾ। ਇਹ ਉਹਨਾਂ ਬੱਚਿਆਂ ਦੇ ਬਾਰੇ ਸੀ ਜੋ ਪਰਮੇਸ਼ਰ ਸਾਨੂੰ ਬਖਸ਼ਦਾ ਹੈ। ਮੈਨੂੰ ਹੰਨਾ ਦੀ ਕਹਾਣੀ ਬਹੁਤ ਪਸੰਦ ਹੈ ਕਿਉਂਕਿ ਹੰਨਾ ਦੀ ਕਹਾਣੀ ਵਿੱਚ ਪੁਰਾਣੇ ਨੇਮ ਵਿੱਚ ਆਪ ਇੱਕ ਔਰਤ ਨੂੰ ਵੇਖਦੇ ਹੋ ਜਿਸ ਨੇ ਇੱਕ ਸੁਖਣਾ ਸੁਖੀ ਸੀ ਅਤੇ ਉਸ ਨੇ ਆਖਿਆ ਸੀ, ਹੇ ਸੈਨਾਓ ਦੇ ਯਹੋਵਾ, ਜੇ ਤੂੰ ਆਪਣੀ ਟਹਿਲਣ ਦੇ ਦੁੱਖ ਵੱਲ ਧਿਆਨ ਕਰੇ ਅਤੇ ਮੈਨੂੰ ਚੇਤੇ ਕਰੇ ਅਤੇ ਆਪਣੀ ਟਹਿਲਣ ਨੂੰ ਨਾ ਭੁਲਾਵੇਂ ਅਤੇ ਆਪਣੀ ਟਹਿਲਣ ਨੂੰ ਪੁੱਤਰ ਦੇਵੇਂ, ਤਾਂ ਮੈਂ ਯਹੋਵਾ ਨੂੰ ਜਿੰਨਾ ਚਿਰ ਉਹ ਜਿਉਂਦਾ ਰਹੇ ਦਿਆਂਗੀ ਅਤੇ ਉਹਦੇ ਸਿਰ ਉੱਤੇ ਉਸਤਰਾ ਕਦੀ ਨਹੀਂ ਫੇਰਾਂਗੀ। ਉਹ ਕੀ ਆਖ ਰਹੀ ਸੀ? ਪ੍ਰਭੂ ਪਰਮੇਸ਼ਰ, ਤੂੰ ਮੈਨੂੰ ਇੱਕ ਪੁੱਤਰ ਦੇ ਅਤੇ ਮੈਂ ਉਸ ਨੂੰ ਤੈਨੂੰ ਵਾਪਸ ਦੇਣ ਜਾ ਰਹੀ ਹਾਂ ਕਿਉਂਕਿ ਉਹ ਤੇਰਾ ਹੀ ਹੈ। ਕੀ ਆਪ ਜਾਣਦੇ ਹੋ, ਹਿਜ਼ਕੀਏਲ ਆਖਦਾ ਹੈ, ਵੇਖੋ ਸਾਰੀਆਂ ਜਾਨਾਂ ਪਰਮੇਸ਼ਰ ਦੀਆਂ ਹਨ, ਜਿਹੀ ਪਿਓ ਦੀ ਜਾਨ ਵੈਸੀ ਹੀ ਪੁੱਤਰ ਦੀ ਜਾਨ ਵੀ। ਤੁਹਾਡਾ ਬੱਚਾ ਤੁਹਾਡਾ ਆਪਣਾ ਨਹੀਂ ਹੈ, ਉਸ ਦਾ ਮਾਲਕ ਪਰਮੇਸ਼ਰ ਹੈ। ਉਸ ਨੇ ਉਹ ਤੁਹਾਨੂੰ ਦਿੱਤਾ ਹੈ, ਉਸ ਨੇ ਉਹ ਤੁਹਾਨੂੰ ਕਰਜ਼ ਦਿੱਤਾ ਹੈ ਤਾਂ ਕਿ ਆਪ ਪਰਮੇਸ਼ਰ ਦੀ ਸਰਪ੍ਰਸਤੀ ਦੇ ਅਧੀਨ ਉਸ ਦੀ ਪਾਲਣ ਪੋਸ਼ਣ ਕਰ ਸਕੋ ਅਤੇ ਫਿਰ ਉਸ ਨੂੰ ਵਾਪਸ ਪਰਮੇਸ਼ਰ ਦੇ ਕੋਲ ਵਾਪਸ ਦੇ ਦਵੋ। ਇੱਕ ਦਿਨ ਆਪ ਉਸ ਨੂੰ ਪਰਮੇਸ਼ਰ ਨੂੰ ਵਾਪਸ ਦੇਣ ਜਾ ਰਹੇ ਹੋ। ਆਪ ਆਖਦੇ ਹੋ, ਭਾਈ ਤੇਰਾ ਇਸ ਤੋਂ ਕੀ ਭਾਵ ਹੈ? ਉਹ ਆਪ ਦੇ ਘਰ ਤੋਂ ਬਾਹਰ ਜਾਣ ਵਾਲਾ ਹੈ ਅਤੇ ਹੁਣ ਜੋ ਵਰਪਦਾ ਹੈ ਉਹ ਇਹ ਹੈ, ਬੱਚੇ ਜੋ ਹੁਣ ਸਾਡੇ ਘਰ ਵਿੱਚ ਨਹੀਂ ਰਹਿੰਦੇ, ਕਿ ਆਪ ਜਾਣਦੇ ਹੋ ਕਿ ਅਸੀਂ ਕਿਵੇਂ ਮਾਪਿਆਂ ਵਜੋਂ ਉਹਨਾਂ ਦੀ ਪਾਲਣਾ ਕਰਦੇ ਹਾਂ। ਆਪਣੇ ਗੋਡਿਆਂ ਉੱਤੇ ਆਪ ਵਿੱਚੋਂ ਕਿੰਨੇ ਕੁ ਜਾਣਦੇ ਹਨ ਕਿ ਉਹਨਾਂ ਲਈ ਪ੍ਰਾਰਥਨਾ ਕਰਨੀ ਹੁੰਦੀ ਹੈ? ਕਿ ਆਪ ਕਦੇ ਵੀ ਇਹ ਨਹੀਂ ਆਖਦੇ ਕਿ ਇਹ ਇੱਕੋ ਹੀ ਇੱਕ ਕੰਮ ਹੈ ਜੋ ਆਪ ਕਰ ਸਕਦੇ ਹੋ? ਇਹ ਸਭ ਤੋਂ ਵੱਧ ਮਹੱਤਵਪੂਰਨ ਕੰਮ ਹੈ ਜੋ ਆਪ ਕਰ ਸਕਦੇ ਹੋ, ਪਰ ਆਪ ਉਹਨਾਂ ਨਾਲ ਹੁਣ ਨਿੱਜੀ ਸੰਬੰਧ ਨਹੀਂ ਰੱਖਦੇ ਜੋ ਪਹਿਲਾਂ ਰੱਖਦੇ ਸੀ। ਇਸੇ ਤਰ੍ਹਾਂ ਆਪ ਉਹਨਾਂ ਨੂੰ ਵਾਪਸ ਪਰਮੇਸ਼ਰ ਨੂੰ ਦੇ ਦਿੰਦੇ ਹੋ। ਮੈਂ ਸੋਚਦਾ ਹਾਂ ਕਿ ਇਹੋ ਹੀ ਹੈ ਜੋ ਜਿਸ ਬਾਰੇ ਪਰਮੇਸ਼ਰ ਤੱਕ ਰਿਹਾ ਸੀ ਜਦੋਂ ਉਸ ਨੇ ਆਪਣੇ ਵਚਨ ਵਿੱਚ ਮਾਪਿਆਂ ਵਜੋਂ ਬੱਚਿਆਂ ਦੀ ਪਾਲਣ ਪੋਸ਼ਣ ਬਾਰੇ ਸਾਡੇ ਨਾਲ ਗੱਲਬਾਤ ਕੀਤੀ। ਅਸੀਂ ਆਪਣੀਆਂ ਬਾਹਾਂ ਵਿੱਚ ਉਹਨਾਂ ਨੂੰ ਲਈ ਫਿਰਦੇ ਜੋ ਅਸਲ ਵਿੱਚ ਸਾਡੇ ਨਹੀਂ ਹਨ। ਇਹ ਪਰਮੇਸ਼ਰ ਦਾ ਹੈ। ਭਾਗ 5, ਮੁਸ਼ਕਿਲ ਸਮਿਆਂ ਵਿੱਚ ਪਿਆਰ ਕਰਨਾ। ਹੁਣ ਮੈਂ ਆਪ ਨਾਲ ਬਸ ਇੱਕ ਪਲ ਲਈ ਉਹਨਾਂ ਨੂੰ ਮੁਸ਼ਕਿਲ ਸਮਿਆਂ ਵਿੱਚ ਪਿਆਰ ਕਰਨ ਬਾਰੇ ਗੱਲ ਕਰਨੀ ਚਾਹੁੰਦਾ ਹਾਂ ਕਿਉਂਕਿ ਅਸੀਂ ਸਾਰੇ ਜਦੋਂ ਬੱਚੇ ਪਾਉਂਦੇ ਹਾਂ ਤਦ ਅਸੀਂ ਕਠਿਨ ਸਮਿਆਂ ਦਾ ਸਾਹਮਣਾ ਕਰਾਂਗੇ। ਮੈਂ ਨਹੀਂ ਜਾਣਦਾ ਕਿਸੇ ਵੀ ਇਹੋ ਜਿਹੇ ਮਾਪੇ ਨੂੰ ਜੋ ਈਮਾਨ ਹੈ ਅਤੇ ਖਾਸ ਕਰਕੇ ਜੇਕਰ ਉਹ ਨਾਲੋਂ ਵੱਧ ਬੱਚੇ ਰੱਖਦੇ ਹੋਣ। ਹੋ ਸਕਦਾ ਹੈ ਆਪ ਇੱਕ ਪੂਰੀ ਤਰ੍ਹਾਂ ਖੂਬਸੂਰਤ ਆਗਿਆਕਾਰੀ ਬੱਚਾ ਰੱਖਦੇ ਹੋਵੋ ਅਤੇ ਇਹ ਫੈਸਲਾ ਕੀਤਾ ਹੋਵੇ ਕਿ ਸੱਚਾ ਹੋਣਾ ਤਾਂ ਬਹੁਤ ਭਲਾ ਹੈ, ਅਸੀਂ ਹੁਣ ਹੋਰ ਮੌਕੇ ਨਹੀਂ ਪਾਉਣਾ ਚਾਹੁੰਦੇ। ਮੈਂ ਨਹੀਂ ਜਾਣਦਾ, ਪਰ ਜੇਕਰ ਤੁਹਾਡੇ ਕੋਲ 4 ਬੱਚੇ ਹਨ, ਆਪ ਕੁਝ ਚੁਣੌਤੀਆਂ ਪਾਉਣ ਜਾ ਰਹੇ ਹੋ, ਜਾਂ 3 ਜਾਂ 2, ਸ਼ਾਇਦ 1। ਆਪ ਆਪਣੇ ਰਾਹ ਵਿੱਚ ਕੁਝ ਚੁਣੌਤੀਆਂ ਪਾਉਣ ਜਾ ਰਹੇ ਹੋ। ਆਪ ਕੁਝ ਕਠਿਨ ਸਮਿਆਂ ਦਾ ਸਾਹਮਣਾ ਕਰਨ ਜਾ ਰਹੇ ਹੋ, ਪਰ ਪਰਮੇਸ਼ਰ ਨੇ ਸਾਨੂੰ ਕਠਿਨ ਸਮਿਆਂ ਦੇ ਦੌਰਾਨ ਆਪਣੇ ਬੱਚਿਆਂ ਨੂੰ ਪਿਆਰ ਕਰਨ ਲਈ ਬੁਲਾਇਆ ਹੈ। ਕਦੇ-ਕਦੇ ਪਿਆਰ ਨੂੰ ਜ਼ਾਹਿਰ ਕਰਨਾ ਕਠਿਨ ਹੁੰਦਾ ਹੈ, ਪਰ ਫਿਰ ਵੀ ਇਹ ਜ਼ਰੂਰੀ ਹੁੰਦਾ ਹੈ। ਮੈਨੂੰ ਯਾਦ ਹੈ ਜਦੋਂ ਕਿ ਇੱਕ ਦਿਨ ਮੈਂ ਆਪਣੇ ਬੱਚਿਆਂ ਵਿੱਚੋਂ ਇੱਕ ਨੂੰ ਲੈ ਕੇ ਉਸ ਨੂੰ ਮੋੜਿਆ ਅਤੇ ਫੜ ਕੇ ਮੈਂ ਇਹ ਆਖ ਰਿਹਾ ਸੀ, ਮੈਂ ਕਦੇ ਵੀ ਤੈਨੂੰ ਪਿਆਰ ਕਰਨੋਂ ਨਹੀਂ ਰੁਕਾਂਗਾ। ਮੈਂ ਇਸ ਨੂੰ ਜ਼ਿਆਦਾ ਪਿਆਰ ਭਰੇ
ਲਿਹਾਜ਼ੇ ਵਿੱਚ ਨਹੀਂ ਸੀ ਆਖਿਆ। ਮੈਂ ਤਾਂ ਇਸ ਬਾਰੇ ਬਿਆਨ ਕਰ ਰਿਹਾ ਸੀ ਕਿ ਜੋ ਕੁਝ ਵੀ ਮੇਰੇ ਜੀਵਨ ਦੇ ਅੰਦਰ ਹੋ ਰਿਹਾ ਸੀ, ਕਿ ਉਹ ਬੱਚਾ ਕੁਝ ਇਹੋ ਜਿਹਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜੋ ਮੈਨੂੰ ਇਸ ਨੂੰ ਪਿਆਰ ਕਰਨਾ ਹਟਾ ਦੇਵੇਗਾ, ਅਤੇ ਮੈਂ ਇਹ ਨਹੀਂ ਸੀ ਕਰਨ ਲੱਗਾ। ਪਿਆਰ ਬੇਸ਼ਰਤ ਹੈ। ਆਪ ਬਸ ਭਲੇ ਸਮਿਆਂ ਵਿੱਚ ਹੀ ਪਿਆਰ ਨਹੀਂ ਕਰਦੇ, ਆਪ ਕਠਿਨ ਸਮਿਆਂ ਰਾਹੀਂ ਵੀ ਪਿਆਰ ਕਰਦੇ ਹੋ। ਸਾਡੇ ਬੱਚਿਆਂ ਨੂੰ ਇਹ ਜਾਣਨਾ ਪੈਣਾ ਹੈ, ਇੱਥੋਂ ਤੱਕ ਕਿ ਜੇਕਰ ਬਾਹਰ ਜਾਂਦੇ ਹਨ ਅਤੇ ਕਿਸੇ ਇਹੋ ਜਿਹੇ ਸਾਥੀ ਨਾਲ ਵਿਆਹ ਕਰ ਲੈਂਦੇ ਹਨ ਜਿਸ ਨੂੰ ਆਪ ਨਹੀਂ ਚਾਹੁੰਦੇ ਕਿ ਉਹ ਉਸ ਨਾਲ ਵਿਆਹ ਕਰਾਉਣ। ਮੇਰੇ ਕੋਲ ਆ ਕੇ ਮੈਂ ਲੋਕਾਂ ਨੂੰ ਇਹ ਆਖਦਿਆਂ ਸੁਣਿਆ ਹੈ, ਮੇਰੇ ਬੱਚੇ ਨੇ ਕਿਸੇ ਇਹੋ ਜਿਹੇ ਸਾਥੀ ਨਾਲ ਵਿਆਹ ਕਰ ਲਿਆ ਹੈ ਜਿਸ ਬਾਰੇ ਮੈਂ ਸਹਿਮਤੀ ਨਹੀਂ ਦਿੰਦਾ, ਅਤੇ ਮੈਂ ਇਸ ਦੇ ਬਾਰੇ ਕੁਝ ਨਹੀਂ ਕਰ ਸਕਦਾ। ਮੈਂ ਕੀ ਕਰਾਂ? ਕੀ ਮੈਂ ਉਸ ਨੂੰ ਆਪਣਾ ਮੰਨਣ ਤੋਂ ਇਨਕਾਰ ਕਰ ਦੇਵਾਂ? ਨਹੀਂ, ਆਪ ਉਸ ਨੂੰ ਪਿਆਰ ਕਰੋ। ਆਪ ਉਸ ਨੂੰ ਜਿੰਨਾ ਵੀ ਸਭ ਤੋਂ ਅੱਛਾ ਹੋ ਸਕੇ ਉਸ ਨੂੰ ਪਿਆਰ ਕਰੋ। ਆਪ ਆਪਣੀ ਬੇਸਹਿਮਤੀ ਜ਼ਾਹਿਰ ਕਰ ਸਕਦੇ ਹੋ, ਪਰ ਕਦੇ ਵੀ ਆਪਣਾ ਪਿਆਰ ਕਰਨੋਂ ਨਾ ਹਟੋ, ਕਿਉਂਕਿ ਜੇਕਰ ਆਪ ਇਸ ਤਰ੍ਹਾਂ ਕਰਦੇ ਹੋ ਤਦ ਆਪ ਕਦੇ ਵੀ ਇਸ ਨੂੰ ਵਾਪਸ ਨਹੀਂ ਪਾਓਗੇ। ਆਪ ਵਿੱਚੋਂ ਕੁਝ ਇਹ ਜਾਣਦੇ ਹਨ, ਆਪ ਦਿਲੋਂ ਉਸ ਨੂੰ ਜਾਣਦੇ ਹੋ। ਕੁਝ ਸਾਲਾਂ ਪਹਿਲਾਂ ਇੱਕ ਬਾਪ ਨੇ ਆਪਣੀ 3 ਸਾਲਾਂ ਦੀ ਧੀ ਨੂੰ ਇੱਕ ਸੁਨਹਿਰੀ ਰੰਗ ਦੇ ਲਪੇਟਣ ਵਾਲੇ ਪੇਪਰ ਦੇ ਰੋਲ ਨੂੰ ਅਜਿਹਾ ਇਸਤੇਮਾਲ ਕਰਨ ਲਈ ਸਜ਼ਾ ਦਿੱਤੀ ਸੀ। ਪੈਸਾ ਬਹੁਤ ਘੱਟ ਸੀ ਅਤੇ ਉਹ ਗੁੱਸੇ ਹੋਇਆ। ਉਸ ਦੇ ਬੱਚੇ ਨੇ ਇੱਕ ਡੱਬੇ ਨੂੰ ਦਰਖਤ ਦੇ ਹੇਠਾਂ ਰੱਖਣ ਲਈ ਸ਼ਿੰਗਾਰ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਛੋਟੀ ਲੜਕੀ ਨੂੰ ਅਗਲੀ ਸਵੇਰੇ ਉਸ ਤੋਹਫੇ ਨੂੰ ਆਪਣੇ ਪਿਤਾ ਕੋਲ ਲਿਆ ਕੇ ਆਖਿਆ, ਪਿਤਾ ਜੀ, ਇਹ ਤੁਹਾਡੇ ਲਈ ਹੈ। ਉਹ ਆਪਣੀ ਪਹਿਲੀ ਜ਼ਰੂਰਤ ਤੋਂ ਵੱਧ ਪ੍ਰਤੀਕਿਰਿਆ ਕਰਕੇ ਨਿਰਾਸ਼ ਕੀਤਾ ਗਿਆ ਸੀ, ਪਰ ਉਹਦਾ ਗੁੱਸਾ ਦੁਬਾਰਾ ਫਿਰ ਭੜਕ ਉੱਠਿਆ। ਉਸਨੇ ਉਹ ਡਿੱਬਾ ਖੋਲ੍ਹਿਆ ਅਤੇ ਇਹ ਤਾਂ ਖਾਲੀ ਸੀ। ਉਸਨੇ ਉਸ ਲੜਕੀ ਉੱਤੇ ਉੱਚੀ ਆਵਾਜ਼ ਨਾਲ ਸ਼ੋਰ ਮਚਾਇਆ, ਆਖਿਆ ਕਿ ਤੈਨੂੰ ਪਤਾ ਨਹੀਂ ਕਿ ਜਦੋਂ ਆਪ ਕਿਸੇ ਨੂੰ ਕੋਈ ਤੋਹਫਾ ਦਿੰਦੇ ਹੋ ਤਦ ਇਸ ਦੇ ਅੰਦਰ ਕੁਝ ਨਾ ਕੁਝ ਹੋਣਾ ਚਾਹੀਦਾ ਹੈ। ਉਸਨੇ ਹੰਝੂ ਬਹਾਉਂਦਿਆਂ ਉਹਦੇ ਵੱਲ ਤੱਕਿਆ ਅਤੇ ਉਸ ਲੜਕੀ ਨੇ ਆਖਿਆ, ਡੈਡੀ, ਇਹ ਖਾਲੀ ਨਹੀਂ ਹੈ। ਮੈਂ ਇਸ ਪੂਰੇ ਡੱਬੇ ਨੂੰ ਪਿਆਰ ਨਾਲ ਭਰਿਆ ਹੋਇਆ ਹੈ। ਇਹ ਸਭ ਤੇਰੇ ਲਈ ਹਨ। ਉਹ ਬਾਪ ਤਾਂ ਬਸ ਪੂਰੀ ਤਰ੍ਹਾਂ ਤੋੜਿਆ ਗਿਆ ਸੀ। ਉਸਨੇ ਆਪਣੀ ਛੋਟੀ ਲੜਕੀ ਨੂੰ ਬਾਹਾਂ ਵਿੱਚ ਲਿਆ ਅਤੇ ਉਸ ਤੋਂ ਮਾਫੀ ਮੰਗੀ, ਅਤੇ ਉਸਨੇ ਆਖਿਆ ਕਿ ਉਸਨੇ ਉਸ ਡੱਬੇ ਨੂੰ ਕਈ ਸਾਲਾਂ ਤੱਕ ਆਪਣੇ ਬਿਸਤਰ ਦੇ ਲਾਗੇ ਹੀ ਰੱਖਿਆ, ਅਤੇ ਜਦੋਂ ਵੀ ਉਹ ਨਿਰਾਸ਼ ਹੋਇਆ ਸੀ ਤਦ ਉਹ ਉਸ ਡੱਬੇ ਵਿੱਚੋਂ ਇੱਕ ਕਲਪਨਾਇਕ ਚੁੰਮਾ ਕੱਢਦਾ ਅਤੇ ਉਸ ਬੱਚੀ ਦੇ ਪਿਆਰ ਨੂੰ ਯਾਦ ਕਰਦਾ ਸੀ ਜਿਸ ਨੇ ਇਸ ਨੂੰ ਉੱਥੇ ਰੱਖਿਆ ਸੀ। ਮਨੁੱਖੋ ਅਤੇ ਔਰਤੋ, ਯਿਸੂ ਮਸੀਹ ਵਿੱਚ ਵਿਸ਼ਵਾਸੀ ਹੁੰਦੇ ਹੋਇਆਂ ਆਪ ਜਾਣਦੇ ਹੋ ਕਿ ਅਸੀਂ ਪਵਿੱਤਰ ਆਤਮਾ ਦੇ ਸਾਡੇ ਅੰਦਰ ਵਸਣ ਨਾਲ ਭਰਪੂਰ ਕੀਤੇ ਗਏ ਹਾਂ, ਅਤੇ ਆਪ ਅਤੇ ਮੈਂ ਬੇਰੋਕ ਅਤੇ ਬੇਸ਼ਰਤ ਪਿਆਰ ਕਰਨ ਦੀ ਯੋਗਤਾ ਰੱਖਦੇ ਹਾਂ। ਇਹ ਤਾਂ ਸਾਡੀ ਕਮਜ਼ੋਰੀ ਦੇ ਰਾਹੀਂ ਅਤੇ ਸਾਡੀ ਮਨੁੱਖੀ ਅਯੋਗਤਾ ਦੇ ਰਾਹੀਂ ਵਗਣ ਵਾਲਾ ਪਰਮੇਸ਼ਰ ਦਾ ਅਲੌਕਿਕ ਪ੍ਰੇਮ ਹੈ। ਬਾਈਬਲ ਬਾਣੀ ਨੂੰ ਸੁਣੋ ਜੋ ਸਾਨੂੰ ਇਹ ਦੱਸਦੀ ਹੈ ਕਿ ਉਹ ਪ੍ਰੇਮ, ਉਹ ਸੱਚਾ ਪਦਾਰਥ ਸਭ ਕੁਝ ਝੱਲ ਲੈਂਦਾ ਹੈ, ਸਭਨਾਂ ਗੱਲਾਂ ਦੀ ਪ੍ਰਤੀਤ ਕਰਦਾ ਹੈ, ਸਭਨਾਂ ਗੱਲਾਂ ਦੀ ਆਸ ਰੱਖਦਾ ਹੈ, ਸਭ ਕੁਝ ਸਹਿ ਲੈਂਦਾ ਹੈ। ਪ੍ਰੇਮ ਕਦੀ ਟਲਦਾ ਨਹੀਂ। ਇਹ ਇਸ ਪ੍ਰਕਾਰ ਦਾ ਪ੍ਰੇਮ ਹੈ ਜਿਸ ਨਾਲ ਜੇਕਰ ਅਸੀਂ ਮਸੀਹੀ ਹਾਂ, ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹਾਂ। ਨੰਬਰ 6, ਕਦੇ-ਕਦੇ ਇਹ ਇੱਕ ਯੁੱਧ ਹੁੰਦਾ ਹੈ। ਮੈਂ 6ਵੀਂ ਗੱਲ ਇਸ ਨਾਲ ਜੋੜ ਦੇਵਾਂ ਕਿ ਕਦੇ-ਕਦੇ ਮਾਪਿਆਂ ਵਜੋਂ ਪਾਲਣ ਪੋਸ਼ਣ ਕਰਨਾ ਇੱਕ ਯੁੱਧ ਹੀ ਹੁੰਦਾ ਹੈ। ਕੀ ਮੈਂ ਇਸ ਦੀ ਗਵਾਹੀ ਲੈ ਸਕਦਾ ਹਾਂ? ਆਪ ਨੂੰ ਇਹ ਯੁੱਧ ਜਿੱਤਣਾ ਪੈਣਾ ਹੈ। ਆਪ ਨੂੰ ਆਪਣੇ ਪੂਰੇ ਦਿਲ ਨਾਲ ਉੱਥੇ ਟਿਕਣਾ ਪੈਣਾ ਹੈ। ਹੇ ਲੋਕੋ, ਆਪ ਨੂੰ ਇਹ ਯੁੱਧ ਜਿੱਤਣਾ ਪੈਣਾ ਹੈ। ਕਿਸੇ ਨੇ ਲਿਖਿਆ ਸੀ ਕਿ ਹਰ ਇੱਕ ਛੋਟੇ ਬਾਲਕ ਦੀ ਸ਼ੁਰੂਆਤ ਮੂਰਖਪੁਣੇ 'ਚ ਹੁੰਦੀ ਹੈ। ਉਹ ਪੂਰੀ ਤਰ੍ਹਾਂ ਖੁਦਗਰਜ਼, ਸਹਿਮੇ ਕੇਂਦਰਿਤ ਹੈ। ਉਹ ਜੋ ਵੀ ਚਾਹੁੰਦਾ ਹੈ, ਜਦੋਂ ਵੀ ਇਸ ਨੂੰ ਚਾਹੁੰਦਾ ਹੈ, ਉਹ ਕਰਦਾ ਹੈ। ਉਸ ਦੇ ਪਿਤਾ ਅਤੇ ਮਾਤਾ ਦਾ ਧਿਆਨ ਆਪਣੇ ਨਾਲ ਖੇਡਣ ਵਾਲੇ ਖਿਡੌਣੇ, ਆਪਣੇ ਚਾਚੇ ਤਾਏ ਦੀ ਘੜੀ, ਇਹਨਾਂ ਤੋਂ ਜ਼ਿਆਦਾ ਇਨਕਾਰ ਕਰੋ ਤਦ ਉਹ ਪੂਰੀ ਤਰ੍ਹਾਂ ਕ੍ਰੋਧਿਤ ਹੋ ਜਾਂਦਾ ਹੈ ਅਤੇ ਇੰਨਾ ਝਗੜਾਲੂ ਕਿ ਜੇਕਰ ਉਹ ਇੰਨਾ ਅਸਮਰਥ ਨਾ ਹੋਵੇ ਤਦ ਇਹ ਸਭ ਤੋਂ ਉਸ ਨੂੰ ਕਾਤਲ ਬਣਾ ਦੇਵੇਗਾ। ਇਸ ਦਾ ਅਰਥ ਹੁੰਦਾ ਹੈ ਕਿ ਸਾਰੇ ਬੱਚੇ, ਸਿਰਫ ਕੁਝ ਖਾਸ ਬੱਚੇ ਹੀ ਨਹੀਂ ਬਲਕਿ ਸਾਰੇ ਬੱਚੇ ਜਨਮ ਤੋਂ ਸਮਾਜ ਵਿਰੋਧੀ ਹੁੰਦੇ ਹਨ, ਅਤੇ ਜੇਕਰ ਉਹਨਾਂ ਨੂੰ ਬਚਪਨ ਦੇ ਸਹਿਮੇ ਕੇਂਦਰਿਤ ਜਗਤ ਵਿੱਚ ਜਿਉਣਾ ਜਾਰੀ ਰੱਖਣ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਉਸ ਦੀਆਂ ਜ਼ਰੂਰੀ ਕਿਰਿਆਵਾਂ ਲਈ ਇੱਕ ਆਜ਼ਾਦ ਵਾਸਡੋਰ ਦਿੱਤੀ ਜਾਵੇ, ਤਦ ਹਰ ਇੱਕ ਬੱਚਾ ਵੱਡਾ ਹੋ ਕੇ ਇੱਕ ਅਪਰਾਧੀ ਬਣ ਜਾਵੇਗਾ। ਆਪ ਵਿੱਚੋਂ ਕਿੰਨੇ ਕੁ ਇਹ ਜਾਣਦੇ ਹਨ ਕਿ ਆਪ ਨੂੰ ਇੱਕ ਬੱਚੇ ਨੂੰ ਝੂਠ ਬੋਲਣਾ ਸਿਖਾਉਣਾ ਨਹੀਂ ਪੈਂਦਾ? ਕਿ ਆਪ ਨੇ ਇਸ ਤਰ੍ਹਾਂ ਕੀਤਾ ਸੀ? ਨਹੀਂ। ਬੱਚੇ ਨੇਕ ਕੰਮ ਕਰਨ ਦੀ ਪ੍ਰਵਿਰਤੀ ਦੇ ਨਾਲ ਪੈਦਾ ਨਹੀਂ ਹੁੰਦੇ, ਉਹ ਤਾਂ ਗਲਤ ਕੰਮ ਕਰਨ ਦੀ ਪ੍ਰਤਿਭਾ ਨਾਲ ਹੀ ਪੈਦਾ ਹੁੰਦੇ ਹਨ, ਅਤੇ ਸਾਨੂੰ ਮਾਪਿਆਂ ਵਜੋਂ ਉਹਨਾਂ ਨੂੰ ਸਮਝਾਉਣਾ ਪੈਣਾ ਹੈ ਅਤੇ
ਨੇਕ ਅਤੇ ਗਲਤ ਵਿਚਲਾ ਫਰਕ ਸਮਝਾਉਣਾ ਉਹਨਾਂ ਦੀ ਮਦਦ ਕਰਨੀ ਪੈਣੀ ਹੈ। ਆਪ ਵਿੱਚੋਂ ਕਿੰਨੇ ਕੁ ਇਹ ਜਾਣਦੇ ਹਨ ਕਿ ਕਦੇ-ਕਦੇ ਜਦੋਂ ਇਹ ਇਸ ਤਰ੍ਹਾਂ ਹੋਵੇ ਤਦ ਇਹ ਕਠਿਨ ਹੁੰਦਾ ਹੈ। ਆਪ ਜਾਣਦੇ ਹੋ ਇਹ ਠੀਕ ਹੀ ਹੈ ਅਤੇ ਉਹ ਇਸੇ ਤਰ੍ਹਾਂ ਹੀ ਹਨ ਅਤੇ ਪਿਆਰ ਦੇ ਨਾਲ ਇਹ ਸਾਰਾ ਕਾਰਜਸ਼ੀਲ ਹੋਣਾ ਪੈਣਾ ਹੈ। ਉਹ ਸਮਾਂ ਦੋ ਇਛਾਵਾਂ ਦੇ ਵਿਚਕਾਰ ਯੁੱਧ ਕਰਨ ਦਾ ਹੋ ਸਕਦਾ ਹੈ। ਹੁਣੇ-ਹੁਣੇ ਪੁਰਾਣੇ ਨੇਮ ਵਿੱਚੋਂ ਪੜ੍ਹਦੇ ਵਕਤ ਮੈਂ ਇਸ ਬਾਰੇ ਸੋਚਿਆ ਸੀ। ਮੈਂ ਨਹੀਂ ਜਾਣਦਾ ਜੇਕਰ ਆਪ ਨੇ ਕਦੇ ਇਸ ਬਚਨ ਉੱਤੇ ਗੌਰ ਵੀ ਕੀਤਾ ਹੋਵੇ, ਪਰ ਮਲਾਕੀ 4 ਅਧਿਆਏ 5 ਤੇ 6 ਦੇ ਵਚਨ ਉੱਤੇ ਗੌਰ ਕਰੋ। ਵੇਖੋ, ਮੈਂ ਏਲੀਆ ਨਬੀ ਨੂੰ ਤੁਹਾਡੇ ਲਈ ਘੱਲਾਂਗਾ। ਇਸ ਤੋਂ ਪਹਿਲਾਂ ਕਿ ਯਹੋਵਾ ਦਾ ਵੱਡਾ ਅਤੇ ਭੈਦਿਕ ਦਿਨ ਆਵੇ, ਉਹ ਪੇਮਾਂ ਦੇ ਦਿਲਾਂ ਨੂੰ ਬਾਲਕਾਂ ਵੱਲ ਅਤੇ ਬਾਲਕਾਂ ਦਾ ਦਿਲ ਪੇਮਾਂ ਵੱਲ ਮੋੜੇਗਾ ਅਤੇ ਮੈਂ ਆਵਾਂ ਅਤੇ ਧਰਤੀ ਦਾ ਸਤਿਆਨਾਸ਼ ਕਰਾਂ। ਹੁਣ ਮੈਂ ਆਪ ਨੂੰ ਇੱਕ ਸਵਾਲ ਕਰ ਲਵਾਂ, ਜੇਕਰ ਏਲੀਆ ਠੀਕ ਕਲੇਸ਼ ਦੇ ਸਮੇਂ ਤੋਂ ਪਹਿਲਾਂ ਆ ਰਿਹਾ ਹੈ, ਠੀਕ ਉਸ ਸਮੇਂ ਤੋਂ ਬਾਅਦ ਅਤੇ ਉਹ ਪੇਮਾਂ ਦੇ ਦਿਲਾਂ ਨੂੰ ਬਾਲਕਾਂ ਵੱਲ ਅਤੇ ਬਾਲਕਾਂ ਦੇ ਦਿਲਾਂ ਨੂੰ ਪੇਮਾਂ ਵੱਲ ਮੋੜਨ ਆ ਰਿਹਾ ਹੈ, ਤਦ ਜਦੋਂ ਏਲੀਆ ਆਇਆ ਸੀ ਤਦ ਉਹ ਕਿੱਥੇ ਸਨ? ਪੇਮਾਂ ਦੇ ਦਿਲ ਬਾਲਕਾਂ ਵੱਲ ਨਹੀਂ ਸਨ ਅਤੇ ਬੱਚਿਆਂ ਦੇ ਦਿਲ ਪੇਮਾਂ ਵੱਲ ਨਹੀਂ ਸਨ। ਅੱਜ ਅਸੀਂ ਇੱਕ ਇਹੋ ਜਿਹੀ ਪੀੜ੍ਹੀ ਵਿੱਚ ਰਹਿੰਦੇ ਹਾਂ ਜਿੱਥੇ ਕਿ ਪਿਤਾ ਬਸ ਘਰੋਂ ਗੈਰ ਹਾਜ਼ਰ ਹੀ ਹੋਣ ਲੱਗ ਪਏ ਹਨ। ਮਾਵਾਂ ਉਹਨਾਂ ਦੇ ਬਾਲਕਾਂ ਦੀ ਪਾਲਣਾ ਪੋਸ਼ਣ ਕਰ ਰਹੀਆਂ ਹਨ। ਇਹ ਸਿਰਫ ਘੱਟ ਸੁਹਾਗ ਪ੍ਰਾਪਤ ਸਮਾਜਾਂ ਵਿੱਚ ਹੀ ਨਹੀਂ, ਇਹ ਤਾਂ ਸਾਡੇ ਸਾਰੇ ਸੱਭਿਆਚਾਰ ਵਿੱਚ ਵੀ ਵਾਪਰ ਰਿਹਾ ਹੈ। ਬਾਈਬਲ ਆਖਦੀ ਹੈ ਕਿ ਪ੍ਰਭੂ ਯੀਸ਼ੂ ਮਸੀਹ ਦੀ ਆਮਦ ਤੋਂ ਠੀਕ ਪਹਿਲਾਂ ਦੇ ਸਮੇਂ ਦੀਆਂ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਪਹਿਲੀ ਤਮੋਥੀਉਸ ਦੀ ਪੱਤਰੀ ਦੇ ਅਨੁਸਾਰ ਇਹ ਹੈ ਕਿ ਇਹੋ ਜਿਹੇ ਬੱਚੇ ਉਸ ਵਕਤ ਹੋਣ ਜਾ ਰਹੇ ਹਨ ਜੋ ਉਹਨਾਂ ਦੇ ਮਾਪਿਆਂ ਦੇ ਪ੍ਰਤੀ ਅਣਆਗਿਆਕਾਰ, ਨਾਸ਼ੁਕਰੇ ਅਤੇ ਅਪਵਿੱਤਰ ਹੋਣਗੇ। ਨੰਬਰ 7, ਨਿਹਚਾ ਹੀ ਕੁੰਜੀ ਹੈ। ਮੇਰੇ ਦੋਸਤੋ, ਅਸੀਂ ਇਹ ਯੁੱਧ ਸਿਰਫ ਇੱਕ ਤਰੀਕੇ ਨਾਲ ਹੀ ਜਿੱਤਣ ਜਾ ਰਹੇ ਹਾਂ। ਮੈਂ ਆਪ ਨੂੰ ਦੱਸ ਦੇਵਾਂ ਕਿ ਇਹ ਕੀ ਹੈ ਅਤੇ ਫਿਰ ਮੈਂ ਸਮਾਪਤ ਕਰਦਾ ਹਾਂ। ਇਹ ਤਾਂ ਨਿਹਚਾ ਦੇ ਰਾਹੀਂ ਮੈਂ ਹਮੇਸ਼ਾ ਹੀ ਇਹ ਆਖਦਾ ਹਾਂ, ਜੇਕਰ ਮੈਂ ਇੱਕ ਮਸੀਹੀ ਨਾ ਹੁੰਦਾ ਤਦ ਮੈਂ ਤਾਂ ਇੱਕ ਪਰਿਵਾਰ ਨੂੰ ਉਸਾਰਨ ਦੀ ਕੋਸ਼ਿਸ਼ ਵੀ ਨਾ ਕਰਦਾ। ਜੇਕਰ ਮੈਂ ਪ੍ਰਭੂ ਨੂੰ ਨਾ ਜਾਣਦਾ ਹੁੰਦਾ ਤਦ ਮੈਂ ਤਾਂ ਇਹ ਵੀ ਨਾ ਜਾਣਦਾ ਕਿ ਮੈਂ ਕਿੱਧਰ ਜਾਣਾ ਹੈ। ਅੱਜ ਸਾਡੇ ਸੱਭਿਆਚਾਰ ਵਿੱਚ ਇਹੋ ਜਿਹੇ ਕੰਮ ਹੋ ਰਹੇ ਹਨ ਕਿ ਜੇਕਰ ਸਰਵ ਸ਼ਕਤੀਮਾਨ ਪਰਮੇਸ਼ਰ ਮੇਰੇ ਕੋਲ ਜਾਣ ਲਈ ਨਾ ਹੁੰਦਾ, ਇਹੋ ਜਿਹੇ ਸਮੇਂ ਇੱਕ ਮਾਪੇ ਵਜੋਂ ਆਏ ਹਨ ਜਦੋਂ ਕਿ ਮੈਂ ਆਪਣੇ ਪ੍ਰਭੂ ਪਰਮੇਸ਼ਰ ਦੇ ਸਨਮੁਖ ਗੋਡਿਆਂ ਭਰਨੇ ਹੋਇਆਂ ਅਤੇ ਇਹ ਆਖਦਿਆਂ ਹੋਇਆਂ ਕਿ ਪਰਮੇਸ਼ਰ, ਮੈਂ ਨਹੀਂ ਜਾਣਦਾ ਕਿ ਕੀ ਕਰਾਂ, ਮੈਂ ਨਹੀਂ ਜਾਣਦਾ ਕੀ ਕਰਾਂ। ਜੇਕਰ ਇਸ ਕੰਮ ਵਿੱਚ ਤੂੰ ਮੇਰੇ ਲਈ ਰਾਹ ਨਾ ਕੱਢੇ ਤਦ ਮੈਂ ਠੀਕ ਕਾਰਜ ਨਹੀਂ ਕਰਨ ਜਾ ਰਿਹਾ। ਮੇਰੀ ਪ੍ਰਾਰਥਨਾ ਦੀ ਸੂਚੀ ਵਿੱਚ ਇਹੋ ਜਿਹੇ ਸਮੇਂ ਰਹੇ ਹਨ, ਜੇਕਰ ਇਸ ਨੂੰ ਆਪ ਨੂੰ ਵੇਖਣਾ ਪਵੇ ਤਦ ਆਪ ਇਸ ਵਿੱਚ ਹਰ ਥਾਂ ਮੇਰੇ ਬੱਚਿਆਂ ਦੇ ਨਾਮਾਂ ਦਾ ਜ਼ਿਕਰ ਕੀਤਾ ਹੋਇਆ ਪੜੋਗੇ ਕਿ ਹੇ ਪ੍ਰਭੂ ਮੇਰੀ ਮਦਦ ਕਰ, ਇਹ ਜਾਣਨ ਵਿੱਚ ਕਿ ਇਸ ਕੰਮ ਵਿੱਚ ਉਸ ਦੀ ਮਦਦ ਕਰਨ ਵਿੱਚ ਮੈਂ ਕੀ ਕਰਾਂ। ਉਸ ਬੱਚੀ ਦੀ ਇਸ ਕੰਮ ਵਿੱਚ ਮਦਦ ਕਰ, ਉਹਨਾਂ ਨੂੰ ਇਸ ਕੰਮ ਵਿੱਚ ਬੁੱਧ ਬਖਸ਼। ਹੇ ਪ੍ਰਭੂ ਪਰਮੇਸ਼ਰ, ਮੇਰਾ ਭਰੋਸਾ ਤੇਰੇ ਉੱਤੇ ਹੈ, ਤੂੰ ਹੀ ਹੈ ਜਿਸ ਨੇ ਬੁੱਧ ਦੇਣ ਦਾ ਵਾਅਦਾ ਕੀਤਾ ਹੈ। ਇਫਸੀਆਂ ਦੀ ਪੱਤਰੀ ਵਿੱਚ ਵਚਨ ਹਨ, ਹੇ ਪਿਤਾਓ, ਆਪਣੀਆਂ ਪਤਨੀਆਂ ਨਾਲ ਪ੍ਰੇਮ ਰੱਖੋ ਜਿਵੇਂ ਮਸੀਹ ਨੇ ਵੀ ਕਲੀਸਿਆ ਨਾਲ ਪ੍ਰੇਮ ਕੀਤਾ ਹੈ ਅਤੇ ਆਪਣੇ ਆਪ ਨੂੰ ਉਸ ਲਈ ਦੇ ਦਿੱਤਾ ਹੈ। ਇਫਸੀਆਂ ਦੀ ਪੱਤਰੀ ਦੇ ਵਚਨ ਹਨ, ਹੇ ਪਤਨੀਓ, ਤੁਸੀਂ ਆਪਣੇ ਪਤੀਆਂ ਦੇ ਅਧੀਨ ਹੋਵੋ ਜਿਵੇਂ ਪ੍ਰਭੂ ਦੇ। ਪਰਿਵਾਰ ਦਾ ਮੁੱਲ ਪ੍ਰਭੂ ਪਰਮੇਸ਼ਰ ਹੀ ਹੈ। ਹਰ ਨੇਕ ਪਰਿਵਾਰ ਦੇ ਠੀਕ ਵਿਚਕਾਰ ਪ੍ਰਭੂ ਯੀਸ਼ੂ ਮਸੀਹ ਸਾਡੇ ਜੀਵਨਾਂ ਨੂੰ ਉਸ ਵੱਲੋਂ ਅਤੇ ਉਸ ਲਈ ਜੀ ਰਿਹਾ ਹੈ। ਬਚਾਏ ਜਾ ਕੇ ਅਤੇ ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ ਅਸੀਂ ਪਰਿਵਾਰ ਵਿੱਚ ਪਰਮੇਸ਼ਰ ਦਾ ਕਾਰਜ ਜਾਰੀ ਰੱਖ ਰਹੇ ਹਾਂ। ਆਪਣੇ ਪਰਿਵਾਰ ਨੂੰ ਪ੍ਰਭੂ ਪਰਮੇਸ਼ਰ ਵਿੱਚ ਬਿਨਾਂ ਨਿਹਚਾ ਉਸਾਰਨ ਦੀ ਕੋਸ਼ਿਸ਼ ਨਾ ਕਰੋ। ਸ਼੍ਰੀਮਾਨ ਜੀ, ਜੇਕਰ ਆਪ ਮਸੀਹ ਨੂੰ ਆਪਣੇ ਮੁਕਤੀਦਾਤਾ ਵਜੋਂ ਨਹੀਂ ਜਾਣਦੇ ਤਦ ਆਪ ਆਪਣੇ ਪੁੱਤਰ ਤੋਂ ਮਸੀਹ ਵਿੱਚ ਵਧਣ ਅਤੇ ਉਸ ਨੂੰ ਪਿਆਰ ਕਰਨ ਦੀ ਆਸ ਵੀ ਨਾ ਰੱਖੋ। ਜੋ ਆਪ ਕੋਲ ਨਹੀਂ ਹੈ ਆਪ ਉਹ ਦੂਸਰਿਆਂ ਨੂੰ ਨਹੀਂ ਦੇ ਸਕਦੇ। ਜਿਉਂ ਹੀ ਉਸ ਨੂੰ ਮੌਕਾ ਮਿਲਿਆ ਉਹ ਇਸ ਤੋਂ ਪਰੇ ਹੋ ਜਾਵੇਗਾ, ਕਿਉਂਕਿ ਉਹ ਆਪ ਦੀ ਮਿਸਾਲ ਦੇ ਪਿੱਛੇ ਚੱਲਦਾ ਹੈ ਅਤੇ ਇਸੇ ਦੀ ਪ੍ਰਸ਼ੰਸਾ ਕਰਦਾ ਹੈ ਕਿ ਆਪ ਨਹੀਂ ਆਖਦੇ ਮੈਂ ਇਹਨਾਂ ਕੰਮਾਂ ਦੀ ਦੇਖਭਾਲ ਆਪਣੀ ਪਤਨੀ ਉੱਤੇ ਛੱਡ ਦਿੰਦਾ ਹਾਂ। ਇਹ ਵਿਭਾਗ ਉਸ ਥਾਂ ਦਾ ਹੈ, ਆਪ ਕੋਲ ਬਚਾਈਆਂ ਹੋਈਆਂ ਲੜਕੀਆਂ ਅਤੇ ਖੋਏ ਹੋਏ ਪੁੱਤਰ ਹੋਣਗੇ। ਇਹ ਤਾਂ ਬਹੁਤ ਸਹਿਜ ਹੀ ਕਿਹਾ ਜਾ ਸਕਦਾ ਹੈ। ਪਰਮੇਸ਼ਰ ਆਪਣੀ ਕਿਰਪਾ ਦੇ ਰਾਹੀਂ ਪਰਮੇਸ਼ਰ ਪ੍ਰਸਦ ਇਕੱਲੇ ਮਾਪਿਆਂ ਅਤੇ ਇਕੱਲੀਆਂ ਔਰਤਾਂ ਦੇ ਨਾਲ ਦਖਲ ਅੰਦਾਜ਼ੀ ਕਰਦਾ ਹੈ। ਪਰ ਅੱਜ ਮੈਂ ਸੱਚਮੁੱਚ ਮਨੁੱਖਾਂ ਲਈ ਬੋਝ ਰੱਖਦਾ ਹਾਂ ਅਤੇ ਇਸ ਕਲੀਸਿਆ ਦੇ ਮਨੁੱਖਾਂ ਲਈ ਜਿਹੜੇ ਕਿ ਆਤਮਿਕ ਕੰਮਾਂ ਵਿੱਚ ਪਿੱਛੇ ਰਹਿੰਦੇ ਹਨ, ਜਦੋਂ ਕਿ ਉਹਨਾਂ ਨੂੰ ਅੱਗੇ ਹੋਣਾ ਚਾਹੀਦਾ ਹੈ, ਕਿਉਂਕਿ ਇਸ ਵਿਧੀ ਦੇ ਪਿੱਛੇ ਲੱਗਣਾ ਬਹੁਤ ਆਸਾਨ ਹੈ।
ਆਪ ਆਖਦੇ ਹੋ, ਠੀਕ ਹੈ ਪਾਸਵਾਨ ਜੀ, ਮੈਨੂੰ ਆਪਣੇ ਤਰੀਕਿਆਂ ਨੂੰ ਬਦਲਣਾ ਪੈਣਾ ਹੈ। ਇੱਕੋ ਇੱਕ ਕਾਰਨ ਜਿਸ ਕਰਕੇ ਮਨੁੱਖ ਅਤੇ ਪਤੀ ਇਸ ਤਰ੍ਹਾਂ ਨਹੀਂ ਕਰਦੇ, ਉਹ ਇਹ ਹੈ ਕਿਉਂਕਿ ਅਸੀਂ ਘਮੰਡੀ ਹਾਂ। ਅਸੀਂ ਘਮੰਡੀ ਜਾਨਵਰ ਹਾਂ। ਮੈਂ ਆਪ ਨੂੰ ਲੂਕਾ ਦੀ ਅੰਜੀਲ ਵਿੱਚੋਂ ਇੱਕ ਵਚਨ ਦੇਵਾਂ, ਕਿਉਂਕਿ ਜੋ ਕੋਈ ਆਪਣੇ ਆਪ ਨੂੰ ਉੱਚਾ ਕਰਦਾ ਹੈ ਉਸ ਨੂੰ ਨੀਵਾਂ ਕੀਤਾ ਜਾਵੇਗਾ, ਅਤੇ ਉਹ ਜੋ ਆਪਣੇ ਆਪ ਨੂੰ ਨੀਵਾਂ ਕਰਦਾ ਹੈ ਉਸ ਨੂੰ ਉੱਚਾ ਕੀਤਾ ਜਾਵੇਗਾ। ਸ਼੍ਰੀਮਾਨ ਜੀ, ਕੀ ਆਪ ਸੱਚਮੁੱਚ ਉੱਪਰ ਚੁੱਕੇ ਜਾਣਾ ਚਾਹੁੰਦੇ ਹੋ, ਤਦ ਆਪਣੇ ਆਪ ਨੂੰ ਪਰਮੇਸ਼ਰ ਦੇ ਸਨਮੁਖ ਨੀਵਿਆਂ ਕਰੋ ਅਤੇ ਆਖੋ, ਇਸ ਸਮੇਂ ਤੱਕ ਮੈਂ ਉਹ ਪਿਤਾ ਨਹੀਂ ਰਿਹਾ ਜਿਸ ਤਰ੍ਹਾਂ ਦਾ ਮੈਨੂੰ ਹੋਣਾ ਚਾਹੀਦਾ ਸੀ। ਹੁਣ ਇਹ ਸਮਾਂ ਮੇਰੇ ਲਈ ਹੈ ਕਿ ਮੈਂ ਆਪਣੇ ਘਰ ਵਿੱਚ ਕੁਝ ਅਗਵਾਈ ਕਰਨਾ ਆਰੰਭ ਕਰਾਂ। ਪਰਮੇਸ਼ਰ ਦੀ ਕਿਰਪਾ ਦੇ ਦੁਆਰਾ ਇਹੋ ਹੀ ਆਰੰਭ ਹੈ। ਮੈਂ ਇਸ ਦੀ ਕੋਈ ਚਿੰਤਾ ਨਹੀਂ ਕਰਦਾ ਕਿ ਕੋਈ ਕੀ ਆਖਦਾ ਹੈ। ਮੈਂ ਆਪਣੇ ਪਰਿਵਾਰ ਲਈ ਉਹੀ ਹੋਣ ਜਾ ਰਿਹਾ ਹਾਂ ਜੋ ਮੈਨੂੰ ਹੋਣ ਦੀ ਜ਼ਰੂਰਤ ਹੈ। ਮੈਂ ਸੋਚਦਾ ਹਾਂ ਕਿ ਪਰਮੇਸ਼ਰ ਨੇ ਮੈਨੂੰ ਇੱਥੇ ਤੁਹਾਡੇ ਵਿੱਚ ਕੁਝ ਮਨੁੱਖਾਂ ਲਈ ਅੱਖਾਂ ਦੇ ਵਿਚਕਾਰ ਜ਼ੋਰ ਦੀ ਸੱਟ ਹੋਣ ਲਈ ਲਿਆਂਦਾ ਹੈ, ਠੀਕ ਜਿਸ ਤਰ੍ਹਾਂ ਮੇਰੀ ਪਤਨੀ ਮੇਰੇ ਲਈ ਸੀ। ਅਤੇ ਜੇਕਰ ਆਪ ਪਰਮੇਸ਼ਰ ਦੀ ਸਲਾਹ ਦੇ ਪਿੱਛੇ ਚੱਲੋਗੇ, ਤਦ ਉਹ ਆਪ ਦੇ ਘਰ ਵਿੱਚ ਉਸ ਸ਼ਾਂਤੀ ਨੂੰ ਵਾਪਸ ਲਿਆਵੇਗਾ। ਮੈਂ ਆਪ ਨੂੰ ਯਾਦ ਕਰਾ ਦੇਵਾਂ ਕਿ ਸਮਾਂ ਥੋੜਾ ਹੈ। ਹੋ ਸਕਦਾ ਹੈ ਆਪ ਸੋਚਦੇ ਹੋਵੋ ਆਪ ਕੋਲ ਇਸ ਨੂੰ ਖਿੱਚਣ ਵਾਸਤੇ ਹਮੇਸ਼ਾ ਹੀ ਸਮਾਂ ਹੈ, ਪਰ ਆਪ ਕੋਲ ਇਹ ਨਹੀਂ ਹੈ। ਮੈਨੂੰ ਉਸ ਭਜਨ ਦੀ ਯਾਦ ਆਉਂਦੀ ਹੈ ਜੋ ਬਿਲ ਅਤੇ ਗਲੋਰੀਆ ਗੈਦਰ ਨੇ ਕੁਝ ਸਾਲ ਪਹਿਲਾਂ ਲਿਖਿਆ ਸੀ। ਇਸ ਤਰ੍ਹਾਂ ਜਾਪਦਾ ਹੈ ਕਿ ਹੋਰ ਵੀ ਬਹੁਤ ਸਾਰੇ ਇਸ ਨੂੰ ਪਸੰਦ ਕਰਦੇ ਹਨ, ਕਿਉਂਕਿ ਇਸ ਨੂੰ ਕਈ ਵਾਰ ਰਿਕਾਰਡ ਕੀਤਾ ਗਿਆ ਹੈ। ਅਤੇ ਇਹ ਇਸ ਤਰ੍ਹਾਂ ਹੈ, ਜਿਉਂਦਿਆਂ ਦੀ ਸੰਗੀਤ ਦੀ ਆਵਾਜ਼ ਨੂੰ ਕੁੱਟ ਕੇ ਪਕੜੀ ਰੱਖੋ, ਖੇਡ ਰਹੇ ਬੱਚਿਆਂ ਦੇ ਹਾਸੇ ਤੋਂ ਨਿਕਲੇ ਖੁਸ਼ੀ ਦੇ ਭਜਨਾਂ ਨੂੰ ਮੇਰੇ ਹੱਥ ਨੂੰ ਪਕੜੀ ਰੱਖੋ। ਜਦੋਂ ਅਸੀਂ ਮਿੱਠੇ ਖੁਸ਼ਬੂਦਾਰ ਘਾਹ ਦੇ ਮੈਦਾਨਾਂ ਵਿੱਚੋਂ ਭੱਜਦੇ ਹਾਂ, ਉਹਨਾਂ ਦੀਆਂ ਯਾਦਾਂ ਬਣਾਉਂਦੇ ਹੋਏ, ਅੱਜ ਅਸੀਂ ਉਹ ਛੋਟੀ ਜਿਹੀ ਆਵਾਜ਼ ਜੋ ਮੈਂ ਸੁਣਦਾ ਹਾਂ, ਉਹ ਮੇਰੀ ਛੋਟੀ ਲੜਕੀ ਦੇ ਪਿਤਾ ਨੂੰ ਪੁਕਾਰਦੀ ਹੈ ਕਿ ਉਹ ਉਸ ਨੂੰ ਸੁਣੇ ਜੋ ਉਸ ਕੋਲ ਆਖਣ ਨੂੰ ਹੈ। ਮੇਰਾ ਛੋਟਾ ਪੁੱਤਰ ਜੋ ਪਹਾੜ ਦੇ ਕੋਲ ਭੱਜਦਾ ਫਿਰਦਾ ਹੈ, ਹੋ ਸਕਦਾ ਹੈ ਉਹ ਅੱਜ ਦੀ ਤਰ੍ਹਾਂ ਫਿਰ ਕਦੇ ਨਾ ਹੋਵੇ। ਇਹ ਪਲ ਸਾਡੇ ਕੋਲ ਇਸ ਨੂੰ ਸਾਡੇ ਹੱਥ ਵਿੱਚ ਪਕੜਨ ਲਈ ਹੈ ਅਤੇ ਇਸ ਨੂੰ ਇਸ ਤਰ੍ਹਾਂ ਛੂਹਣ ਲਈ ਜਿਵੇਂ ਕਿ ਸਾਡੀਆਂ ਉਂਗਲਾਂ ਵਿੱਚੋਂ ਰੇਤ ਦੀ ਤਰ੍ਹਾਂ ਸਰਕਦਾ ਜਾਂਦਾ ਹੈ। ਕੱਲ ਜਾਂਦਾ ਰਿਹਾ ਅਤੇ ਪਲ ਕੇ ਸ਼ਾਇਦ ਕਦੀ ਨਾ ਆਵੇ, ਪਰ ਅੱਜ ਸਾਡੇ ਕੋਲ ਇਹ ਪਲ ਹੈ। ਮੈਂ ਆਪ ਨੂੰ ਕੁਝ ਪੁੱਛ ਲਵਾਂ ਕਿ ਆਪ ਇਹਨਾਂ ਪਲਾਂ ਨੂੰ ਲਓਗੇ ਜੋ ਪਰਮੇਸ਼ਰ ਨੇ ਅੱਜ ਆਪ ਨੂੰ ਤੁਹਾਡੇ ਬੱਚਿਆਂ ਲਈ ਦਿੱਤੇ ਹਨ, ਅਤੇ ਉਹਨਾਂ ਦਾ ਭਰਪੂਰ ਪ੍ਰਯੋਗ ਆਪ ਪਰਮੇਸ਼ਰ ਦੀ ਮਹਿਮਾ ਅਤੇ ਉਸ ਦੇ ਉਦੇਸ਼ ਲਈ ਕਰੋਗੇ। ਅੱਜ ਆਪ ਦੇ ਬੱਚਿਆਂ ਨੂੰ ਪਿਆਰ ਕਰਨ ਲਈ ਸਰਬ ਉੱਤਮ ਦਿਨ ਹੈ। ਅੱਜ ਉਹਨਾਂ ਦੀ ਪਾਲਣ ਪੋਸ਼ਣ ਕਰਨ ਦਾ ਸਹੀ ਦਿਨ ਹੈ। ਉਹਨਾਂ ਨੂੰ ਸਿਖਾਉਣ ਲਈ, ਉਹਨਾਂ ਨੂੰ ਸਿਖਲਾਈ ਦੇਣ ਲਈ, ਉਹਨਾਂ ਨੂੰ ਸਾਡੇ ਘਰਾਂ ਨੂੰ ਵੰਡ ਕੇ ਚਲੇ ਜਾਣ ਅਤੇ ਉਹਨਾਂ ਦਾ ਆਪਣਾ ਖੁਦ ਦਾ ਘਰਾਨਾ ਉਸਾਰਨ ਲਈ ਤਿਆਰ ਕਰਨ ਦਾ। ਇਸ ਬਾਰੇ ਕੋਈ ਗਲਤੀ ਨਾ ਕਰੋ। ਇਹ ਇੱਕ ਉੱਚਾ ਸੁਭਾਗ ਹੈ ਜੋ ਵੱਡੀਆਂ ਚੁਣੌਤੀਆਂ ਅਤੇ ਮਹਾਨ ਫਲਾਂ ਨੂੰ ਵੀ ਆਪਣੇ ਨਾਲ ਲੈ ਕੇ ਆਉਂਦਾ ਹੈ। ਅਤੇ ਸਭ ਤੋਂ ਅੱਛੀ ਗੱਲ ਇਹ ਹੈ ਕਿ ਆਪ ਇਹ ਕਰ ਸਕਦੇ ਹੋ। ਆਪ ਸੱਚਮੁੱਚ ਇਹ ਕਰ ਸਕਦੇ ਹੋ। ਪਰਮੇਸ਼ਰ ਦੀ ਕਿਰਪਾ ਦੇ ਦੁਆਰਾ ਉਸ ਨੇ ਆਪ ਨੂੰ ਆਪਣੇ ਆਪ ਨਾਲ ਇੱਕ ਸਾਂਝੇਦਾਰੀ ਲਈ ਬੁਲਾਇਆ ਹੈ ਅਤੇ ਇੱਕ ਪਿਆਰਾ ਮਸੀਹੀ ਘਰ ਰਚਣ ਲਈ, ਅਤੇ ਉਸ ਦੀ ਸਾਂਝੇਦਾਰੀ ਵਿੱਚ ਸਿਰ ਉੱਤੇ ਵੱਡੀ ਸੱਟ ਖਾਣਾ ਸ਼ਾਮਿਲ ਹੈ। ਜੇਕਰ ਆਪ ਉਸ ਨੂੰ ਅਧਿਕਾਰ ਕਰਨ ਦਿਓ, ਤਦ ਇੱਕ ਵਿਸ਼ਵਾਸਯੋਗ ਸਫਲਤਾ ਲਈ ਅਭਿਆਸ ਕਰੋ। ਆਮੀਨ। ਪਿਆਰੇ ਦਰਸ਼ਕੋ, ਅਸੀਂ ਪਰਮੇਸ਼ਰ ਦੇ ਦਾਸ ਡਾਕਟਰ ਡੇਵਿਡ ਜਰਮਾਇਆ ਦੇ ਨਾਲ ਪਾਲਣ ਪੋਸ਼ਣ ਬਾਰੇ ਅਧਿਐਨ ਕਰ ਰਹੇ ਸੀ। ਕੁਝ ਪਲਾਂ ਦੇ ਲਈ ਵਾਪਿਸ ਚੱਲ ਕੇ ਵੇਖਦੇ ਹਾਂ ਕਿ ਅੱਜ ਦੇ ਅਧਿਐਨ ਪ੍ਰੋਗਰਾਮ ਦੇ ਵਿੱਚ ਅਸੀਂ ਕੀ ਸਿੱਖਿਆ ਸੀ। ਅੱਜ ਦੇ ਅਧਿਐਨ ਪ੍ਰੋਗਰਾਮ ਦੇ ਵਿੱਚ ਅਸੀਂ ਸਿੱਖਿਆ ਕਿ ਸਾਡੇ ਬੱਚੇ ਸਾਡੇ ਨਹੀਂ ਹਨ, ਪਰ ਇਹ ਪਰਮੇਸ਼ਵਰ ਦੇ ਹਨ। ਅਸੀਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਪਰਮੇਸ਼ਵਰ ਦੀ ਸਰਪ੍ਰਸਤੀ ਦੇ ਅਧੀਨ ਕਰਦੇ ਹਾਂ। ਸਾਨੂੰ ਪਰਮੇਸ਼ਵਰ ਨੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਦੇ ਦੌਰਾਨ ਇੱਕ ਮਹੱਤਵਪੂਰਨ ਕੰਮ ਸੌਂਪਿਆ। ਉਹ ਹੈ ਆਪਣੇ ਬੱਚਿਆਂ ਦੇ ਲਈ ਪ੍ਰਾਰਥਨਾ ਕਰਨਾ। ਦੋਸਤੋ, ਤੁਹਾਡੇ ਵਿੱਚ ਕਿੰਨੇ ਹਨ ਜੋ ਆਪਣੇ ਬੱਚਿਆਂ ਦੇ ਲਈ ਪ੍ਰਾਰਥਨਾ ਕਰਦੇ ਹਨ? ਇਹ ਸਭ ਤੋਂ ਵੱਧ ਮਹੱਤਵਪੂਰਨ ਕੰਮ ਹੈ ਜੋ ਤੁਸੀਂ ਆਪਣੇ ਬੱਚਿਆਂ ਦੇ ਲਈ ਕਰ ਸਕਦੇ ਹੋ। ਦੋਸਤੋ, ਅਸੀਂ ਸਿੱਖਿਆ ਕਿ ਜਦੋਂ ਅਸੀਂ ਆਪਣੇ ਪਰਮੇਸ਼ਵਰ ਤੋਂ ਬੱਚਿਆਂ ਨੂੰ ਪ੍ਰਾਪਤ ਕਰਦੇ ਹਾਂ ਤਾਂ ਉਹਨਾਂ ਨੂੰ ਪਾਲਣ ਦਾ ਸਮਾਂ ਬਹੁਤ ਹੀ ਕਠਿਨ ਹੁੰਦਾ ਹੈ। ਪਰਮੇਸ਼ਰ ਨੇ ਸਾਨੂੰ ਇਹਨਾਂ ਕਠਿਨ ਸਮਿਆਂ ਦੇ ਵਿੱਚ ਆਪਣੇ ਬੱਚਿਆਂ ਨੂੰ ਪਿਆਰ ਕਰਨ ਦੇ ਲਈ ਬੁਲਾਇਆ। ਕਈ ਵਾਰੀ ਬੱਚਿਆਂ ਦਾ ਪਾਲਣ ਪੋਸ਼ਣ ਇੱਕ ਯੁੱਧ ਦੀ ਤਰ੍ਹਾਂ ਹੁੰਦਾ ਹੈ। ਇਹ ਉਹ ਯੁੱਧ ਹੈ ਜਿਹਨੂੰ ਤੁਹਾਨੂੰ ਲੜਨਾ ਹੀ ਪੈਂਦਾ ਹੈ ਅਤੇ ਉਹਨੂੰ ਜਿੱਤਣਾ ਹੀ ਪੈਣਾ ਹੈ। ਦੋਸਤੋ, ਤੁਹਾਡੇ ਵਿੱਚੋਂ ਜਿਨ੍ਹਾਂ ਦੇ ਕੋਲ ਵੀ ਬੱਚੇ ਹਨ, ਕੀ ਤੁਹਾਨੂੰ ਕਦੇ ਇੰਜ ਲੱਗਿਆ
ਕਿ ਤੁਹਾਨੂੰ ਆਪਣੇ ਬੱਚਿਆਂ ਨੂੰ ਝੂਠ ਨਾ ਬੋਲਣਾ ਸਿਖਾਉਣ ਦੀ ਲੋੜ ਨਹੀਂ ਹੈ। ਇਸ ਦਾ ਕੀ ਮਤਲਬ ਹੋਇਆ? ਬੱਚੇ ਜੰਮਦੇ ਹੀ ਨੇਕ ਕੰਮ ਕਰਨਾ ਸ਼ੁਰੂ ਨਹੀਂ ਕਰ ਦਿੰਦੇ, ਬਲਕਿ ਉਹਨਾਂ ਦੇ ਉੱਤੇ ਬੜੀ ਮਿਹਨਤ ਕਰਕੇ ਉਹਨਾਂ ਨੂੰ ਸਿਖਾਉਣਾ ਪੈਂਦਾ ਹੈ ਕਿ ਉਹ ਝੂਠ ਬੋਲਣ ਜਾਂ ਕੋਈ ਹੋਰ ਮਾੜਾ ਕੰਮ ਨਾ ਕਰਨ। ਦੋਸਤੋ, ਉਹਨਾਂ ਨੂੰ ਸਹੀ ਦਿਸ਼ਾ ਦੇ ਵਿੱਚ ਚਲਾਉਣਾ ਬਹੁਤ ਹੀ ਚੁਣੌਤੀਆਂ ਭਰਿਆ ਹੁੰਦਾ ਹੈ ਅਤੇ ਇਹ ਕਿਸੇ ਯੁੱਧ ਤੋਂ ਘੱਟ ਨਹੀਂ ਹੈ, ਕਿਉਂਕਿ ਜੇਕਰ ਅਸੀਂ ਉਹਨਾਂ ਦੇ ਮਾਤਾ ਪਿਤਾ ਇਸ ਕੰਮ ਦੇ ਵਿੱਚ ਢਿੱਲ ਵਰਤਦੇ ਹਾਂ ਤਾਂ ਹੋ ਸਕਦਾ ਕਿ ਉਹ ਆਪਣੇ ਰਸਤੇ ਤੋਂ ਭਟਕ ਜਾਣ ਅਤੇ ਵੱਡੇ ਹੋ ਕੇ ਉਹ ਬਣਨ ਜੋ ਕਿ ਉਹਨਾਂ ਨੂੰ ਨਹੀਂ ਬਣਨਾ ਚਾਹੀਦਾ ਸੀ, ਕਿਉਂਕਿ ਇਹ ਪਰਮੇਸ਼ਵਰ ਦੀ ਮਰਜ਼ੀ ਨਹੀਂ ਸੀ। ਸਾਨੂੰ ਉਹਨਾਂ ਨੂੰ ਚੰਗੇ ਅਤੇ ਮਾੜੇ ਦੇ ਵਿੱਚ ਫਰਕ ਕਰਨਾ ਸਿਖਾਉਣਾ ਪਏਗਾ। ਦੋਸਤੋ, ਆਪਣੇ ਬੱਚਿਆਂ ਦੇ ਪਾਲਣ ਪੋਸ਼ਣ ਨਾਲ ਸੰਬੰਧ ਰੱਖਣ ਵਾਲੇ ਇਸ ਯੁੱਧ ਦੀ ਇੱਕੋ ਹੀ ਕੁੰਜੀ ਹੈ, ਉਹ ਹੈ ਵਿਸ਼ਵਾਸ ਦੀ ਕੁੰਜੀ। ਦੋਸਤੋ, ਜੇਕਰ ਅਸੀਂ ਸਰਵਸ਼ਕਤੀਮਾਨ ਪਰਮੇਸ਼ਵਰ ਨੂੰ ਨਾ ਜਾਣਦੇ ਹੁੰਦੇ ਤਾਂ ਇਹ ਬਹੁਤ ਹੀ ਮੁਸ਼ਕਿਲ ਕੰਮ ਸੀ, ਪਰ ਕਿਉਂਕਿ ਅਸੀਂ ਆਪਣੇ ਪਰਮੇਸ਼ਵਰ ਨੂੰ ਜਾਣਦੇ ਹਾਂ, ਅਸੀਂ ਉਹਦੀ ਕਿਰਪਾ ਤੇ ਪ੍ਰੇਮ ਨੂੰ ਜਾਣਦੇ ਹਾਂ, ਅਸੀਂ ਜਾਣਦੇ ਹਾਂ ਕਿ ਕਿਸ ਤਰ੍ਹਾਂ ਉਹ ਇੱਕ ਮਾਂ ਦੀ ਤਰ੍ਹਾਂ ਸਾਨੂੰ ਸੰਭਾਲਦਾ ਹੈ, ਤਾਂ ਅਸੀਂ ਉਹਦੇ ਉੱਤੇ ਵਿਸ਼ਵਾਸ ਕਰ ਸਕਦੇ ਹਾਂ ਕਿ ਉਹ ਸਾਨੂੰ ਵੀ ਆਪਣੇ ਬੱਚਿਆਂ ਨੂੰ ਉਹਦੀ ਕਿਰਪਾ ਦੇ ਅਨੁਸਾਰ ਪਾਲਣ ਪੋਸ਼ਣ ਕਰਨ ਦੇ ਲਾਇਕ ਬਣਾਏਗਾ। ਇਸ ਲਈ ਦੋਸਤੋ, ਆਓ ਉਹਦੀ ਕਿਰਪਾ ਦੇ ਸਿੰਘਾਸਨ ਦੇ ਸਾਹਮਣੇ ਉਹਦੇ ਅੱਗੇ ਗੋਡੇ ਟੇਕ ਕੇ ਆਪਣੇ ਬੱਚਿਆਂ ਦੇ ਲਈ ਪ੍ਰਾਰਥਨਾ ਕਰਨਾ ਸਿੱਖੀਏ। ਆਓ ਪ੍ਰਾਰਥਨਾ ਕਰਦੇ ਹਾਂ। ਸਾਡੇ ਅਨੁਗ੍ਰਹਕਾਰੀ, ਸੱਚੇ, ਦਿਆਲੂ ਅਤੇ ਕਿਰਪਾਲੂ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ, ਕਿ ਤੁਸੀਂ ਅੱਜ ਸਾਨੂੰ ਆਪਣੇ ਵਚਨ ਦੇ ਦੁਆਰਾ ਸਮਝਾਇਆ ਕਿ ਸੱਚਮੁੱਚ ਜਿਹੜੇ ਬੱਚੇ ਆ ਤੁਹਾਡੇ ਦਿੱਤੇ ਹੋਏ ਹਨ, ਉਹ ਇੱਕ ਬਹੁਮੁੱਲਾ ਉਪਹਾਰ ਹਨ ਤੇ ਸਾਨੂੰ ਉਹਨਾਂ ਲਈ ਪਿਤਾ ਪਰਮੇਸ਼ਵਰ ਜੀ ਜਾਨ ਲਗਾ ਕੇ ਦਿਲ ਦੇ ਨਾਲ ਪ੍ਰਭੂ ਜੀ ਉਹਨਾਂ ਦੀ ਪਰਵਰਿਸ਼ ਕਰਨੀ ਚਾਹੀਦੀ ਹੈ, ਔਰ ਇਹ ਸੋਚ ਕੇ ਪਰਵਰਿਸ਼ ਕਰਨੀ ਚਾਹੀਦੀ ਹੈ ਕਿ ਇਹ ਸਾਡੇ ਬੱਚੇ ਨਹੀਂ ਬਲਕਿ ਤੁਹਾਡੇ ਦਿੱਤੇ ਹੋਏ ਬੱਚੇ ਹੈ। ਪ੍ਰਭੂ ਜੀ, ਸਾਡੇ ਤੇ ਕਿਰਪਾ ਕਰੋ, ਅਸੀਂ ਆਪਣੇ ਬੱਚਿਆਂ ਦਾ ਤੁਹਾਡੀ ਮਰਜ਼ੀ ਦੇ ਅਨੁਸਾਰ ਮਾਰਗਦਰਸ਼ਨ ਕਰ ਸਕੀਏ। ਪਿਆਰੇ ਪਿਤਾ ਪਰਮੇਸ਼ਵਰ, ਸਾਡੇ ਵਿੱਚੋਂ ਜਿਨ੍ਹਾਂ ਦੇ ਵੀ ਬੱਚੇ ਸਾਡੇ ਕਹਿਣੇ ਕਹਾਣੇ 'ਚ ਨਹੀਂ ਹੈ, ਪਿਤਾ ਸਾਡੀ ਪ੍ਰਾਰਥਨਾ ਤੁਸੀਂ ਉਹਨਾਂ ਬੱਚਿਆਂ ਨਾਲ ਗੱਲਬਾਤ ਕਰੋ, ਉਹਨਾਂ ਨੂੰ ਕਾਇਲ ਕਰੋ ਤਾਂ ਕਿ ਉਹ ਆਪਣੇ ਮਾਂ-ਬਾਪ ਦੀ ਗੱਲ ਨੂੰ ਸੁਣ ਸਕਣ। ਪਿਤਾ, ਮੇਰੀ ਪ੍ਰਾਰਥਨਾ ਹੈ ਉਹਨਾਂ ਮਾਵਾਂ ਵਾਸਤੇ, ਉਹਨਾਂ ਪਿਤਾਵਾਂ ਵਾਸਤੇ ਜਿਹੜੇ ਆਪਣੇ ਬੱਚਿਆਂ ਦੇ ਲਈ ਲਗਾਤਾਰ ਪ੍ਰਾਰਥਨਾ ਕਰ ਰਹੇ ਹਨ ਕਿ ਉਹ ਇੱਕ ਅੱਛੇ ਨਾਗਰਿਕ ਬਣਨ ਔਰ ਅੱਛੇ ਵਿਸ਼ਵਾਸੀ ਬਣਨ। ਪਿਤਾ, ਮੇਰੀ ਪ੍ਰਾਰਥਨਾ ਉਹਨਾਂ ਸਭ ਤੇ ਆਪਣੀ ਕਿਰਪਾ ਕਰਨੀ ਔਰ ਉਹਨਾਂ ਨੂੰ ਆਪਣੀ ਮਹਿਮਾ ਦੇ ਲਈ ਪਿਤਾ ਪਰਮੇਸ਼ਰ ਆਪਣੀ ਕਿਰਪਾ ਦੇ ਦੁਆਰਾ ਬਚਾਉਣਾ। ਉਹਨਾਂ ਸਾਰਿਆਂ ਨੂੰ ਆਸ਼ੀਸ਼ ਤੇ ਬਰਕਤ ਦੇਣਾ। ਯਿਸੂ ਨਾਸਰੀ ਜੀ ਦੇ ਨਾਂ 'ਚ ਮੰਗਦੇ ਹਾਂ, ਆਮੀਨ। ਜੈ ਮਸੀਹ ਦੀ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਮੁਲਾਕਾਤ ਕਰਾਂਗੇ। ਤਦ ਤੱਕ ਦੇ ਲਈ ਪਰਮੇਸ਼ਰ ਤੁਹਾਡੇ ਨਾਲ ਹੋਵੇ ਅਤੇ ਤੁਹਾਨੂੰ ਆਸ਼ੀਸ਼ ਦੇਵੇ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।